ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਬਹੁਤਿਆਂ ਦਾ ਸਵਾਲ ਹੈ ਕਿ ਸਿਮਰਨ ਕਿੰਨੇ ਸਮੇਂ ਤੱਕ ਕਰਨਾ ਪਵੇਗਾ ਜਾਂ ਕਿੰਨਾ ਸਮਾਂ ਕਰੀਏ। ਲੱਗਦਾ ਹੈ ਸਿਮਰਨ ਸ਼ੁਰੂ ਕਰਨ ਤੋਂ ਪਹਿਲਾਂ ਹੀ ਵਸੂਲੀ ਦਾ ਫਿਕਰ ਪੈ ਗਿਆ। ਪਰ ਤੁਹਾਡੇ ਵਰਗੇ ਇੱਕ ਬੈਂਕ ਅਫਸਰ ਲਈ ਇੱਦਾਂ ਸੋਚਣਾ ਸੁਭਾਵਿਕ ਹੀ ਹੈ। ਸਮੇਂ ਦਾ ਮਾਪ ਇਸ ਗੱਲ 'ਤੇ ਨਿਰਭਰ ਕਰਦਾ ਹੈ ਤੁਹਾਡੀ ਮੰਜ਼ਿਲ ਕੀ ਹੈ, ਕਿੱਥੇ ਹੈ, ਤੁਸੀਂ ਕਿੱਥੇ ਖਲੋਤੇ ਹੋ ਅਤੇ ਤੁਹਾਡੀ ਸਪੀਡ ਕੀ ਹੈ। ਮੰਨ ਲਓ ਤੁਹਾਡੀ ਮੰਜ਼ਿਲ ਸ਼੍ਰੀਨਗਰ ਹੈ। ਹੁਣ ਜੇ ਇੱਕ ਦਿੱਲੀ ਖਲੋਤਾ ਹੈ, ਦੂਜਾ ਮੁੰਬਈ, ਤਾਂ ਦਿੱਲੀ ਵਾਲਾ ਜਲਦੀ ਸ਼੍ਰੀਨਗਰ ਪਹੁੰਚ ਜਾਏਗਾ। ਪਰ ਜੇ ਦੂਰ ਵਾਲਾ ਹਵਾਈ ਜਹਾਜ਼ ਰਾਹੀਂ ਜਾਏ ਤਾਂ ਉਹ ਨੇੜੇ ਵਾਲੇ ਨਾਲੋਂ ਪਹਿਲੇ ਸ਼੍ਰੀਨਗਰ ਪਹੁੰਚ ਜਾਏਗਾ। ਇਹ ਹਾਲ ਤੁਸੀਂ ਸਿਮਰਨ ਬਾਰੇ ਸਮਝੋ। ਤੁਹਾਡੀ ਧਾਰਮਿਕ ਮੰਜ਼ਿਲ ਕੀ ਹੈ? ਵਾਹਿਗੁਰੂ ਨਾਲ ਮਿਲਣਾ, ਇਹੀ ਹੈ ਨਾ। ਅਸੀਂ ਰੱਬ ਤੱਕ ਪੜਨਾ, ਪਰ ਅਸੀਂ ਖਲੋਤੇ ਕਿੱਥੇ ਹਾਂ? ਜਿਵੇਂ ਪੱਥਰ, ਪੇੜ, ਪਸ਼ੂ, ਪੰਛੀ, ਸਭ ਵਿੱਚ ਜੀਵ ਆਤਮਾ ਹੈ। ਸਾਰੇ ਜੀਵ ਜੰਤੂਆਂ ਵਿੱਚ ਵਾਹਿਗੁਰੂ ਦਾ ਰੂਪ ਹੈ। ਉਹ ਵਾਹਿਗੁਰੂ ਕੋਲੋਂ ਵਿਛੜੇ ਹੋਏ ਹਨ, ਪਰ ਆਖਿਰ ਵਾਹਿਗੁਰੂ ਨਾਲ ਜਾ ਕੇ ਰਲ ਜਾਣਗੇ। ਪਰ ਉਹ ਵਾਹਿਗੁਰੂ ਨਾਲੋਂ ਵੱਖ-ਵੱਖ ਦੂਰੀ 'ਤੇ ਹਨ। ਪੱਥਰ ਪੇੜ ਨਾਲੋਂ ਦੂਰ ਹੈ, ਪੇੜ ਪੰਛੀਆਂ ਨਾਲੋਂ, ਅਤੇ ਪੰਛੀ ਪਸ਼ੂਆਂ ਨਾਲੋਂ, ਪਸ਼ੂ ਮਨੁੱਖ ਨਾਲੋਂ। ਮਨੁੱਖ ਇਹਨਾਂ ਸਾਰੀਆਂ ਜੁਨਾਂ ਨਾਲੋਂ ਰੱਬ ਦੇ ਬਹੁਤ ਨੇੜੇ ਹੈ। ਇੰਨਾ ਨੇੜੇ ਹੈ ਕਿ ਹੱਥ ਫੈਲਾਉਣ 'ਤੇ ਪਾ ਲਵੇਗਾ। ਇਸੇ ਲਈ ਕਹਿੰਦੇ ਹਨ ਕਿ ਮਨੁੱਖੀ ਜੀਵਨ ਗੋਬਿੰਦ ਨੂੰ ਮਿਲਣ ਦਾ ਉੱਤਮ ਅਵਸਰ ਪ੍ਰਦਾਨ ਕਰਦਾ। ਇਸ ਜੀਵਨ ਨੂੰ ਜਿਹੜਾ ਬੜੀ ਮੁਸ਼ਕਿਲ ਅਤੇ ਘਾਲਣਾ ਦੇ ਬਾਅਦ ਮਿਲਦਾ ਨਾ, ਨਾਮ ਸਿਮਰਨ ਤੋਂ ਬਿਰਥਾ ਨਾ ਗਵਾਈਏ ਇਹਨੂੰ। ਸਾਡੀ ਮੰਜ਼ਿਲ ਰੱਬ ਨੂੰ ਮਿਲਣਾ ਹੈ। ਮਨੁੱਖੀ ਜਾਮੇ ਵਿੱਚ ਉਸਦੇ ਬਹੁਤ ਨੇੜੇ ਖੜ੍ਹੇ ਹਾਂ। ਹੁਣ ਸਾਡੀ ਰੱਬ ਵੱਲ ਜਾਣ ਦੀ ਸਪੀਡ ਕੀ ਹੈ? ਅਸੀਂ ਰੱਬ ਵੱਲ ਜਾਣ ਬਾਰੇ ਸੋਚ ਵੀ ਰਹੇ ਹਾਂ ਕਿ ਨਹੀਂ? ਜੇ ਅਸੀਂ ਰੱਬ ਬਾਰੇ ਨਹੀਂ ਚੇਤਿਆ, ਉਹਨੂੰ ਯਾਦ ਨਹੀਂ ਕੀਤਾ, ਅਤੇ ਆਪਣੀ ਮੰਜ਼ਿਲ ਬਾਰੇ ਹਜੇ ਵੀ ਅਸੀਂ ਕਿਤੇ ਗਲਤ ਵਹਿਮ ਵਿੱਚ ਹੀ ਹਾਂ। ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚਾਂਗੇ ਕਦੋਂ? ਹੋਰ ਕਮਾਏ ਹੋਏ ਗੁਣ ਬੇਅਰਥ ਹੋਣਗੇ ਜੇ ਅਸੀਂ ਆਪਣੀ ਮੰਜ਼ਿਲ ਨੂੰ ਭੁੱਲ ਗਏ ਹਾਂ, ਜੇ ਵਾਹਿਗੁਰੂ ਨਹੀਂ ਭੁੱਲ ਗਏ ਹਾਂ। ਜੇ ਚੇਤੇ ਰੱਖਣ ਵਾਲੀ ਗੱਲ ਹੀ ਚੇਤੇ ਨਾ ਰੱਖੀ ਤਾਂ ਬਾਕੀ ਸਭ ਚੇਤੇ ਕੀਤਾ ਕਿਸ ਕੰਮ? ਜਿਵੇਂ ਸਕੂਲ ਜਾਂਦੇ ਹਾਂ ਅਤੇ ਸਕੂਲ ਦੀਆਂ ਕਿਤਾਬਾਂ ਹੀ ਨਾ ਪੜ੍ਹੀਆਂ ਉਸ ਜਮਾਤ ਦੀਆਂ, ਅਤੇ ਹੋਰ ਪੜ੍ਹ ਲਈਆਂ, ਫਿਰ ਉਹ ਕਿਸੇ ਕੰਮ ਆਉਣਗੀਆਂ? ਜਿਸ ਕੰਮ ਲਈ ਇਸ ਸੰਸਾਰ ਵਿੱਚ ਆਏ ਹਾਂ, ਜੇ ਉਹੀ ਨਾ ਕੀਤਾ ਤਾਂ ਹੋਰ ਦੱਸੋ ਕੀ ਕਮਾਇਆ ਫਿਰ ਇਸ ਲੇਖੇ ਵਿੱਚ? ਮਾਇਆ ਮਗਰ ਲੱਗ ਕੇ ਕਰਮ ਕਮਾਉਣਾ ਜੀਵਨ ਬਰਬਾਦ ਕਰਨਾ। ਹਰ ਸਮੇਂ ਪੈਸੇ ਦੀ ਭੁੱਖ ਕਰੀ ਜਾਣਾ ਜੀਵਨ ਨੂੰ ਬਰਬਾਦ ਕਰਨ ਦੇ ਬਰਾਬਰ ਹੈ। ਗੁਰੂ ਜੀ ਚੇਤਾਵਨੀ ਦਿੰਦੇ ਹੋਏ ਕਹਿੰਦੇ ਨੇ ਕਿ ਮੰਜ਼ਿਲ ਵੱਲ ਚਲੋ ਅਤੇ ਰਸਤੇ ਵਿੱਚ ਆਏ ਵੱਡੇ ਸਾਗਰ ਨੂੰ ਪਾਰ ਕਰਨ ਦਾ ਇੰਤਜ਼ਾਮ ਕਰੋ। ਜੇ ਨਹੀਂ ਕਰਦੇ ਤਾਂ ਜਨਮ ਬਿਰਥਾ ਗਵਾ ਰਹੇ ਹਾਂ। ਵਾਹਿਗੁਰੂ ਵੱਲ ਪੈਂਡਾ ਸ਼ੁਰੂ ਕੀਤੇ ਬਿਨਾਂ ਤੁਹਾਡੀ ਸਪੀਡ ਜ਼ੀਰੋ ਹੈ। ਤੁਸੀਂ ਕਦੇ ਵੀ ਮੰਜ਼ਿਲ ਤੱਕ ਨਹੀਂ ਅੱਪੜ ਸਕਦੇ, ਕਿਉਂਕਿ ਤੁਸੀਂ ਯਾਤਰਾ ਸ਼ੁਰੂ ਹੀ ਨਹੀਂ ਕੀਤੀ। ਜੇ ਕਿਤੇ ਪਹੁੰਚਣਾ ਹੈ, ਤੁਰਨਾ ਤਾਂ ਪਵੇਗਾ। ਇਹੀ ਠੀਕ ਹੈ ਕਿ ਹੋਰ ਕੰਮ ਕਰਨੇ ਹੀ ਪੈਂਦੇ ਨੇ। ਜਿੰਨਾ ਚਿਰ ਸੰਸਾਰ ਹੈ ਉਹਨਾਂ ਚਿਰ ਕਾਰ ਵਿਹਾਰ ਵੀ ਹੈ। ਪਰ ਅਸੀਂ ਕੁਝ ਸਮਾਂ, ਇੱਕ ਘੜੀ, ਅੱਧੀ ਘੜੀ, ਚੱਪਾ ਘੜੀ ਜਾਂ ਸਿਮਰਨ ਲਈ ਤਾਂ ਲਾ ਹੀ ਸਕਦੇ ਹਾਂ। ਗੁਰੂ ਦੀ ਕਿਰਪਾ ਨਾਲ ਸਾਡੀ ਚਾਲ ਵਿੱਚ ਗਤੀ ਆਏਗੀ। ਅਸੀਂ ਉਸ ਵੱਲ ਪੈਦਲ ਚੱਲ ਪਈਏ, ਉਹ ਸਾਨੂੰ ਹਵਾਈ ਸਪੀਡ ਨਾਲ ਲੈ ਤੁਰੇਗਾ, ਅਤੇ ਵਾਹਿਗੁਰੂ ਆਪ ਵੀ ਸਾਨੂੰ ਮਿਲਣ ਲਈ ਅੱਗੇ ਵਧੇਗਾ। ਅਸੀਂ ਵਾਹਿਗੁਰੂ ਦੀ ਸ਼ਰਨ ਲਈ ਇੱਕ ਪੈਂਡਾ ਚੱਲਾਂਗੇ, ਉਹ 100 ਪੈਂਡੇ ਅੱਗੇ ਹੋ ਕੇ ਮਿਲਣਗੇ। ਇਸ ਲਈ ਸਮੇਂ ਦੀ ਗਿਣਤੀ ਵਿੱਚ ਨਾ ਪਈਏ। ਕਈ ਜਨਮ ਵੀ ਲੱਗ ਜਾਂਦੇ ਨੇ ਅਤੇ ਕਈ ਪਲ ਵਿੱਚ ਛੁਟਕਾਰਾ ਹੋ ਜਾਂਦਾ। ਸਵਾਲ ਸਾਡੇ ਸਿਮਰਨ ਦੀ ਗਹਿਰਾਈ ਦਾ ਹੈ, ਲੰਬਾਈ ਦਾ ਨਹੀਂ ਹੈ। ਇਸ ਲਈ ਸਿਮਰਨ ਸ਼ੁਰੂ ਕਰੀਏ। ਗੁਰੂ ਆਪੇ ਤੇਜ਼ੀ ਲਿਆਉਣਗੇ ਅਤੇ ਮੰਜ਼ਿਲ ਤੱਕ ਪਹੁੰਚਾਉਣਗੇ। ਕਈ ਵਾਰ ਆਪਾਂ ਕਹਿੰਦੇ ਹਾਂ ਵੀ ਨਾਮ ਜਪਦੇ ਹਾਂ, ਅਤੇ ਉਹ ਜਿਹੜੇ ਨਾਮ ਜਪਦੇ ਨੇ, ਅਭਿਆਸੀ ਹੁੰਦੇ ਨੇ, ਉਹਨਾਂ ਨੂੰ ਕਿੰਨਾ ਕੁ ਖਾਣਾ ਚਾਹੀਦਾ? ਆਮ ਤੌਰ 'ਤੇ ਮਨੁੱਖ ਦਾ ਜੀਵਨ ਖਾਣ ਅਤੇ ਸੌਣ ਵਿੱਚ ਹੀ ਬੀਤਦਾ। ਜੇ ਕੋਈ ਕਾਰ ਵਿਹਾਰ ਹੁੰਦਾ ਵੀ ਹੈ ਤਾਂ ਉਹ ਵੀ ਖਾਣ ਦੇ ਸੰਬੰਧ ਵਿੱਚ ਹੀ ਹੁੰਦਾ। ਆਪਾਂ ਭੱਜਦੇ ਕਾਹਦੇ ਲਈ ਫਿਰਦੇ ਹਾਂ ਦਿਨ ਭਰ? ਆਪਣੇ ਢਿੱਡ ਪਿੱਛੇ। ਕਿਉਂ? ਤਾਂ ਜੋ ਕੁਝ ਸਮਾਂ ਕਮਾ ਸਕੀਏ ਅਤੇ ਕਮਾਈ ਨਾਲ ਖਾਣ ਦਾ ਬੰਦੋਬਸਤ ਕਰ ਸਕੀਏ। ਕੰਮ ਸਾਡਾ ਲਕਸ਼ ਨਹੀਂ, ਸਾਧਨ ਹੈ। ਲਕਸ਼ ਨਿਰਾ ਸੋਣਾ ਅਤੇ ਖਾਣਾ ਹੀ ਨਹੀਂ ਹੁੰਦਾ। ਇਸ ਲਈ ਹਾਲਾਤ ਬਾਰੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਰਹਿਣ ਗਵਾਈ ਸੌਣ ਕੈ, ਦਿਵਸ ਗਵਾਏ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਜੇ ਸਾਨੂੰ ਖਾਣ ਤੋਂ ਵੇਲ ਨਹੀਂ ਤਾਂ ਸਾਡੇ ਸੰਤਾਂ ਨੂੰ ਖਾਣ ਬਾਰੇ ਸਮਝਾਉਣ ਤੋਂ ਵੇਲ ਨਹੀਂ। ਇਹ ਖਾਓ, ਉਹ ਨਾ ਖਾਓ, ਇਹ ਚੰਗਾ, ਇਹ ਜੋ ਖਾਣਾ ਚੰਗਾ ਹੈ, ਉਹ ਖਾਣਾ ਚੰਗਾ ਨਹੀਂ। ਸਧਾਰਨ ਮਨੁੱਖ ਦਾ ਮਨ ਇਹਨਾਂ ਸਲਾਹਾਂ ਤੋਂ ਕਾਫੀ ਗੜਬੜਾ ਜਾਂਦਾ ਹੈ। ਕਿਸੇ ਮੁਸਲਮਾਨ ਪੀਰ ਕੋਲੋਂ ਪੁੱਛੋ, ਉਹ ਕਹੇਗਾ ਗਾਂ ਦਾ ਮਾਸ ਖਾਣਾ ਠੀਕ ਹੈ, ਸੂਰ ਦਾ ਖਾਣਾ ਠੀਕ ਨਹੀਂ ਹੈ। ਕਿਸੇ ਹਿੰਦੂ ਪੰਡਿਤ ਕੋਲੋਂ ਪੁੱਛੋ, ਉਹ ਕਹੇਗਾ ਸੂਰ ਦਾ ਖਾਣਾ ਠੀਕ ਹੈ, ਗਾਂ ਦਾ ਖਾਣਾ ਪਾਪ ਹੈ।
किसी बंगाली स्वामी को पुछो, वो कहेगा जी मच्छी खानी ठीक है, होर मांस खाना ठीक नहीं। वो मच्छी नूं जल तोरी कहंदे ने। किसी सनातनी को पुछो, वो कहेगा मांस खाना ठीक नहीं। आपां किसी जैन आचार्य को पुछांगे ना, वो कहेगा जमीन तो उपर उगी सब्जी खाना ठीक है, जमीन विच उगी सब्जी खाना ठीक नहीं है। किसी वैजीटेरियन को पुछांगे, वो कहेगा सब्जी पका के खानी ठीक नहीं, कच्ची सब्जी खाना ठीक है। यही गल पीण दीआं वस्तुआं बारे है ਅਤੇ हर एक दियां अपनियां अपनियां दलीलां हन जिन्हां नूं झुठलाया नहीं जा सकता। हैरानगी नहीं, आम आदमी नूं इन्हां नूं सुण के उहदे दिमाग विच यही चलदा रहिंदा है। जिवें खाना शरीर दी लोड़ है ते नाम सिमरन मन दी है। सिमरन दे पक्कण नाल मन आपे शुद्ध हुंदा जाएगा। इसलिए मन बारे मैं हाली कोई वखरी गल नहीं करनी, पर मन शरीर दा हिस्सा है। अशुद्ध शरीर मन नूं अशुद्ध करदा है, अशुद्ध मन सिमरन विच बाधा पाउंदा है। इसलिए शुद्ध शरीर सिमरन की लोड़ बन जाता है। असल विच शरीर मन का हिस्सा है, मन शरीर का, जां इदा कह लो कि शरीर अस्थूल है तो मन स्थूल शरीर का। इसलिए डॉक्टर मनुख नूं मन शरीर कहते हैं। इसका प्रभाव दूजे ते पैंदा ही पैंदा है। मिसाल लई मन विच गुस्सा आया, फलस्वरूप शरीर विच कंबनी आई, मूँह ते लाली मची, मुठियां भीजियां, दंद खुरचे, तो इहदे नाल की है एक दूजे ते असर होया। इसका असर मन बुद्धि ते पिया। बुद्धि की सोचण शक्ति कमज़ोर हो गई। बुद्धि का जबान ते लत्तां उत्ते काबू ढिला पै गया। मन विच गुस्सा उभर आया। मन विच कामना, हिंसा, लोभ आदि विकार जाग पे। इसलिए शरीर नूं ठीक रखना जरूरी है, तां ही मन ठीक रह सकेगा ते अंत विच सिमरन ठीक हो सकेगा। शरीर एक मशीन वांग है, होर मशीनां वांग इसनूं भी तेल पानी ते आराम की लोड़ हुंदी है। इसका तेल पानी इसनूं मिले आहार विच है। इसलिए ये समझना जरूरी है कि कितना खाना चाहिए, किद्दां खाना चाहिए ते की खाना चाहिए। असी आम करके अपनी लोड़ तो ज़्यादा खा लेंदे हां। ये उस समय की पुरानी आदत है जदों मनुख नूं शिकार घट मिलदा सी। जिहड़ा शिकार मिलिया उस नाल खूब ढिड भर लिया ते अगले 3-4 दिनां विच राशन भी अंदर पा लिया, क्योंकि अगले शिकार दे मिलण दा निश्चित समा नहीं सी। इदां मजबूरी विच ज़्यादा खाण नाल मनुख सुस्त रहन लग गया, क्योंकि चलन फिरन लई जिहड़ी शक्ति चाहिदी सी वो खाना पचाउण विच लग गई। इसलिए आलस करके वो शिकार ते जाण दे अयोग हो गया। ते इस हालत नूं वेखदे होए सियाणियां ने कहा है कि हमेशा घट खाना चाहिए। जिन्नी भुख होए उस तो अद्धा प्रशादा घट खाओ, तुसी आलसी ना बन जाओ। पर साडा ज़्यादा खाण पाण पुरानी आदत ही बनी पई है ते उही तुरदा आ रहा है। शायद कल भोजन मिले ना मिले, उस पुरानी आदत करके ब्राह्मण न्योतियां दा खाना खा के ढिड फुलाई फिरदे हैं। हालांकि उन्होंने कल भोजन मिलन का कोई डर नहीं हैगा। ये ज़्यादा खाना ही आदमी नूं आलसी बनाउंदा है, जिस कारण वह सिमरन विच नहीं बैठ सकता। जे बैठ भी जाए तो नींद विच चला जाता है, वह सिमरन नहीं कर सकता। जे करदा भी है तो जागो मिट्टी विच। इसलिए धार्मिक गुरु घट खाण नूं कहंदे ने, अन्न पानी थोड़ा खाया। जे आप जिन्ना कुछ लोड़ अनुसार खावांगे तो शरीर भी स्वस्थ रहेगा। ज़्यादा खा के आप खुद अपने जो बीमारियां ने उन्होंने न्योता देने भी आ जाओ। एक पासे जो जैन मुनि हुंदे हन जिहड़े अल्प का अर्थ अति अल्प बना बैठे हैं। खाना इक्को वेले खाओ, दोपहर तो बाद भोजन ही ना करो, जिहड़ा खाओ वह भी घट खाओ। एक मुनि पिछले 20 सालों तो एक वेले चौलों की पिच पी रहा है, होर कुछ नहीं खाता। वो अपने चेलियां नूं भी यही जो मत है वह दे रहा है। गुरबाणी विच भी कहा गया है कि भुख घटाउण नाल तेरी तृष्णा वाली भुख नहीं जानी। इसलिए भोजन उन्ना करो जिन्ना शरीर नूं लोड़ है, जिन्नी शरीर नूं शक्ति चाहिए है, तो उन्ना ही खाना चाहिए जिस नाल आलस ना आए तो बेजरूरी नींद ना आए। असी जीण लई खाना है, खाण लई जीना नहीं है। असी सिमरन करन लई जीना है, खा के सौण लई नहीं जीना। जिहड़ी प्राण शक्ति खाना पचाउण विच लगदी है उसनूं बचा के नाम सिमरन विच लाना है। फिर आओ मिल के नाम सिमरन विच अज तो ही जुड़ जाइए।